ਹੰ, ਤੂੰ ਮੈਨੂੰ ਦੇ ਵੀ ਕੀ ਸਕਦੀ ਐ? ਕੀ ਦੇ ਸਕਦੀ ਐ ਤੂੰ ਮੈਨੂੰ? ਮੈਂ ਤੇਰੇ ਤੋਂ ਉਮੀਦ ਵੀ ਕੀ ਰੱਖ ਸਕਦਾ? ਕੱਲ ਨੂੰ ਮੇਰੇ ਤੇ ਕੋਈ ਮੁਸੀਬਤ ਆ ਜਾਵੇ, ਕੋਈ ਮੈਨੂੰ ਕੁਝ ਵੀ ਕਹੀ ਜਾਵੇ, ਇੱਥੋਂ ਤੱਕ ਕਿ ਕੋਈ ਮੈਨੂੰ ਮਾਰ ਵੀ ਦੇਵੇ, ਤੂੰ ਤਾਂ ਵੀ ਖੜੀ ਦੇਖਦੀ ਰਹੇਂਗੀ। ਤੂੰ ਕੁਝ ਨਹੀਂ ਕਹਿ ਸਕਦੀ ਕਿਸੇ ਨੂੰ। ਅੱਜ ਦੇਖ ਲਿਆ ਤੇਰਾ ਪਿਆਰ, ਇੰਨਾ ਹੀ ਹੈ ਨਾ? ਪਿਆਰ ਇਸ ਤਰ੍ਹਾਂ ਦਾ ਨਹੀਂ ਹੁੰਦਾ, ਇਹਨੂੰ ਪਿਆਰ ਨਹੀਂ ਕਿਹਾ ਜਾਂਦਾ। ਤੂੰ ਸਿਰਫ ਮੇਰੇ ਸਾਹਮਣੇ ਰੋ ਹੀ ਸਕਦੀ ਆ, ਹੋਰ ਕੁਝ ਨਹੀਂ ਕਰ ਸਕਦੀ ਤੂੰ ਮੇਰੇ ਲਈ। ਇਹ ਲਫ਼ਜ਼ ਬਹੁਤ ਦੇਰ ਪਹਿਲਾਂ ਆਪਣੀ ਪਤਨੀ ਪ੍ਰੀਤ ਨੂੰ ਕਹੇ, ਜਦੋਂ ਮੇਰੇ ਅਤੇ ਕਿਸੇ ਹੋਰ ਦੇ ਹੋ ਰਹੇ ਝਗੜੇ ਵਿੱਚ ਮੇਰੇ ਬਾਰੇ ਇੰਨਾ ਕੁਝ ਬੋਲਣ ਵਾਲਿਆਂ ਨੂੰ ਉਹ ਚੁੱਪਚਾਪ ਸੁਣ ਰਹੀ ਸੀ, ਅਤੇ ਜਦੋਂ ਮੈਂ ਕੁਝ ਕਹਿੰਦਾ ਸਿਰਫ ਰੋ ਰਹੀ ਸੀ। ਉਸ ਵਕਤ ਤਾਂ ਨਹੀਂ, ਪਰ ਬਾਅਦ ਵਿੱਚ ਹਮੇਸ਼ਾ ਦੀ ਤਰ੍ਹਾਂ ਕਹਿੰਦੀ ਕਿ ਤੁਸੀਂ ਮੈਨੂੰ ਕਿਉਂ ਨਹੀਂ ਸਮਝ ਸਕਦੇ। ਆਪਣੀ ਮਜਬੂਰੀ ਜ਼ਾਹਿਰ ਕਰਨ ਲੱਗੀ, ਜੋ ਕਿ ਸ਼ਾਇਦ ਕਿਸੇ ਹੱਦ ਤੱਕ ਸਹੀ ਵੀ ਸੀ। ਪਰ ਇਹ ਗੱਲ ਸ਼ਾਇਦ ਉਹਨੇ ਆਪਣੇ ਮਨ ਨਾਲ ਲਗਾ ਲਈ ਸੀ। ਉਹਨੂੰ ਹਮੇਸ਼ਾ ਉਹ ਗੱਲ ਖਾਂਦੀ ਰਹਿੰਦੀ, ਜਦੋਂ ਮੈਂ ਉਹਨੂੰ ਕੋਈ ਗੱਲ ਕਰਨ ਜਾਂ ਕੁਝ ਬੋਲਣ ਲਈ ਕਹਿੰਦਾ ਤਾਂ ਉਹ ਮੈਨੂੰ ਮੇਰੀ ਗਲਤੀ ਦਾ ਅਹਿਸਾਸ ਕਰਵਾਉਂਦੀ ਰਹਿੰਦੀ, ਇਹ ਕਹਿ ਕੇ ਕਿ ਤੁਹਾਡੀਆਂ ਉਹਨਾਂ ਗੱਲਾਂ ਨਾਲ ਮੇਰੇ ਜਿਸਮ ਦੇ ਚਿਥੜੇ ਹੋ ਗਏ। ਮੇਰਾ ਸੱਚਾ ਪਿਆਰ ਇੱਕ ਭੱਦਾ ਮਜ਼ਾਕ ਬਣ ਗਿਆ। ਮੇਰੇ ਬੋਲਣ ਲਈ ਕੀ ਰਿਹਾ? ਤੇ ਉਂਝ ਵੀ ਮੈਂ ਤੁਹਾਨੂੰ ਕੀ ਦੇ ਸਕਦੀ ਹਾਂ ਸਵਾਏ ਰੋਣ ਦੇ, ਤੇ ਰੋਣ ਦਾ ਮਤਲਬ ਹੈ ਦੁੱਖ। ਮੈਂ ਤੁਹਾਨੂੰ ਦੁੱਖ ਨਹੀਂ ਦੇਣਾ ਚਾਹੁੰਦੀ। ਹੁਣ ਉਹਦਾ ਇਹ ਹੱਸਦਾ ਚਿਹਰਾ ਮੁਰਝਾ ਗਿਆ ਸੀ, ਉਸਦੇ ਚਿਹਰੇ ਦੀ ਰੌਣਕ ਉੱਡਦੀ ਜਾ ਰਹੀ ਸੀ। ਮੇਰੀ ਕਹੀ ਹੋਈ ਇੱਕ ਗੱਲ ਨੇ ਸਾਡੇ ਘਰ ਵਿੱਚ ਖਾਮੋਸ਼ੀ ਲਿਆ ਦਿੱਤੀ ਸੀ। ਵਕਤ ਬੀਤਦਾ ਗਿਆ, ਸਾਡੇ ਘਰ ਇੱਕ ਲੜਕੇ ਨੇ ਜਨਮ ਲਿਆ। ਜ਼ਿੰਦਗੀ ਦੇ ਲੰਮੇ ਦੁੱਖਾਂ ਤੋਂ ਬਾਅਦ ਸ਼ਾਇਦ ਹੁਣ ਚੰਗੇ ਦਿਨ ਆਏ ਸੀ, ਪਰ ਚੰਗੇ ਦਿਨ ਸ਼ਾਇਦ ਪ੍ਰੀਤ ਜ਼ਿਆਦਾ ਦੇਰ ਨਹੀਂ ਦੇਖ ਸਕਦੀ ਸੀ। ਇੱਕ ਹਾਦਸੇ, ਬ੍ਰੇਨ ਟਿਊਮਰ ਦੇ ਨਾਲ ਉਸਦੀ ਮੌਤ ਹੋ ਗਈ। ਇਸ ਹਾਦਸੇ ਨਾਲ ਮੈਨੂੰ ਬਹੁਤ ਧੱਕਾ ਲੱਗਾ, ਕਿਉਂਕਿ ਮੈਂ ਵੀ ਉਸਨੂੰ ਬਹੁਤ ਚਾਹੁੰਦਾ ਸੀ। ਇਹ ਗੱਲ ਉਹ ਵੀ ਜਾਣਦੀ ਸੀ, ਉਹ ਵੀ ਤਾਂ ਮੈਨੂੰ ਬਹੁਤ ਪਿਆਰ ਕਰਦੀ ਸੀ। ਇਸ ਲਈ ਹਮੇਸ਼ਾ ਮੇਰੇ ਦੁੱਖ ਸੁੱਖ ਵਿੱਚ ਮੇਰੇ ਨਾਲ ਸੀ। ਪਰ ਹੁਣ ਆਪਣੀ ਜਗ੍ਹਾ ਮੇਰੇ ਕੋਲ ਆਪਣਾ ਬੱਚਾ ਛੱਡ ਕੇ ਚਲੀ ਗਈ ਸੀ। ਮੈਂ ਇਹ ਸੋਚਦਾ ਰਹਿੰਦਾ ਕਿ ਉਹ ਅਚਾਨਕ ਕਿਉਂ ਚਲੀ ਗਈ। ਅੱਜ ਜ਼ਿੰਦਗੀ ਦੇ ਉਹਨਾਂ ਹਾਦਸਿਆਂ ਨੂੰ ਬਹੁਤ ਚਿਰ ਹੋ ਗਿਆ। ਅੱਜ ਮੇਰੇ ਕੋਲ ਇੰਨਾ ਕੋ ਪੈਸਾ ਹੈ ਕਿ ਕੁਝ ਪਤਾ ਨਹੀਂ, ਇੱਕ ਸ਼ਾਨਦਾਰ ਘਰ ਬਣਿਆ ਹੋਇਆ ਹੈ, ਸ਼ਾਇਦ ਪ੍ਰੀਤ ਦੇ ਸੁਪਨਿਆਂ ਵਰਗਾ, ਪਰ ਫਿਰ ਵੀ ਉਸ ਦੀ ਕਮੀ ਮੈਨੂੰ ਵੱਡ ਖਾਂਦੀ ਹੈ। ਅੱਜ ਮੇਰੇ ਅੱਗੇ ਪਿੱਛੇ ਨੌਕਰ ਘੁੰਮ ਰਹੇ ਨੇ, ਜੋ ਸਵੇਰੇ ਉੱਠਦਿਆਂ ਹੀ ਨਾਸ਼ਤਾ ਬਣਾ ਕੇ ਮੇਰੇ ਅੱਗੇ ਲਿਆਉਂਦੇ ਨੇ, ਪਰ ਹੁਣ ਕੋਈ ਵੀ ਉਹਦੀ ਤਰ੍ਹਾਂ ਸਵੇਰੇ ਮੈਨੂੰ ਜਿੱਦ ਕਰਕੇ ਨਹੀਂ ਉਠਾਉਂਦਾ, ਅਤੇ ਨਾ ਹੀ ਕੋਈ ਸ਼ਰਾਰਤਾਂ ਕਰਦਾ ਤੇ ਨਾ ਹੀ ਕੋਈ ਜਲਦੀ ਨਾਸ਼ਤਾ ਕਰਨ ਲਈ ਬੋਲਦਾ ਰਹਿੰਦਾ ਹੈ। ਨਾ ਹੀ ਕੋਈ ਕਹਿੰਦਾ ਹੈ ਕਿ ਲੇਟ ਹੋ ਰਹੇ ਹੋ, ਤੇ ਨਾ ਹੀ ਡਿਊਟੀ ਜਾਣ ਲੱਗਿਆਂ ਉਸ ਵਰਗੀਆਂ ਮਮਤਾ ਅਤੇ ਪਿਆਰ ਨਾਲ ਭਰੀਆਂ ਨਿਗਾਹਾਂ ਦੇ ਨਾਲ ਤੋਰਦਾ ਹੈ। ਪੂਰਾ ਦਿਨ ਘਰ ਦੀ ਤਨਹਾਈ ਦੇ ਡਰ ਤੋਂ ਘਰ ਆਉਣ ਲਈ ਦਿਲ ਨਹੀਂ ਕਰਦਾ। ਸ਼ਾਮ ਨੂੰ ਥੋੜਾ ਜਲਦੀ ਆਉਣਾ ਹੁੰਦਾ ਹੈ ਬੱਚੇ ਦੀ ਖਾਤਰ, ਪਰ ਘਰ ਵੜਦਿਆਂ ਉਹਦਾ ਉਹ ਕਦੇ ਹੱਸਦਾ ਤੇ ਕਦੇ ਮਜ਼ਾਕੀਆ ਗੁੱਸੇ ਵਾਲਾ ਚਿਹਰਾ ਅੱਖਾਂ ਅੱਗੇ ਆ ਜਾਂਦਾ ਹੈ। ਫਿਰ ਆਪਣੇ ਬੱਚੇ ਦੀ ਭੋਲੀ ਜਿਹੀ ਮੁਸਕਾਨ ਦੇਖ ਕੇ ਸੋਚਦਾ ਕਿ ਮੈਨੂੰ ਉਹਨੇ ਉਹ ਦਿੱਤਾ ਜੋ ਸ਼ਾਇਦ ਮੈਂ ਕਿਸੇ ਕੀਮਤ ਤੇ ਖਰੀਦ ਨਹੀਂ ਸਕਦਾ, ਮੇਰਾ ਬੱਚਾ।
ਇਹ ਸੋਚ ਕੇ ਬੱਚੇ ਨੂੰ ਗੱਲ ਨਾਲ ਲਗਾਉਂਦਾ ਤੇ ਬੱਚੇ ਦੀਆਂ ਥੋੜੀਆਂ ਤੋਤਲੀਆਂ ਗੱਲਾਂ ਫਿਰ ਪ੍ਰੀਤ ਦੀਆਂ ਸ਼ਰਾਰਤਾਂ ਤੇ ਬੋਲੀ ਯਾਦ ਕਰਵਾ ਦਿੰਦੀਆਂ। ਹੁਣ ਰਾਤ ਤੱਕ ਆਪਣੀਆਂ ਸੋਚਾਂ ਵਿੱਚ ਗਵਾਚਿਆ ਰਹਿੰਦਾ, ਕਦੇ ਆਸਮਾਨ ਵੱਲ ਤੇ ਕਦੇ ਧਰਤੀ ਵੱਲ ਤੱਕਦਾ। ਬੱਚੇ ਨੂੰ ਰੋਟੀ ਖਵਾਉਣ ਲੱਗਿਆ ਫਿਰ ਉਹਦਾ ਚਿਹਰਾ ਲੱਗਦਾ ਹੈ, ਪਰ ਖੁਦ ਕਿਵੇਂ ਖਾਵਾਂ? ਉਹ ਤਾਂ ਮੈਨੂੰ ਬੱਚਿਆਂ ਵਾਂਗ ਸਮਝ ਕੇ ਖਵਾਉਂਦੀ ਸੀ, ਜਿਵੇਂ ਮੈਨੂੰ ਖਾਣਾ ਨਾ ਆਉਂਦਾ ਹੋਵੇ। ਫਿਰ ਖਾਂਦਾ ਬੋਲ ਪੈਂਦਾ ਤਾਂ ਵਿੱਚੋਂ ਟੋਕਦੀ ਹੋਈ ਕਹਿੰਦੀ, ਬੋਲਣਾ ਨਹੀਂ, ਪਹਿਲਾਂ ਖਾਣਾ ਖਾਓ ਫਿਰ ਗੱਲਾਂ ਕਰਨਾ। ਮੈਂ ਚੁੱਪ ਹੋ ਜਾਂਦਾ। ਰਾਤ ਪੈਂਦੀ ਹੈ ਤਾਂ ਬੱਚਾ ਕਹਾਣੀਆਂ ਸੁਣਨ ਨੂੰ ਜਿੱਦ ਕਰਦਾ ਹੈ। ਕਈ ਵਾਰੀ ਪ੍ਰੀਤ ਤੋਂ ਸੁਣੀਆਂ ਹੋਈਆਂ ਤੇ ਕਈ ਵਾਰੀ ਮਨ ਘੜਤ ਕਹਾਣੀਆਂ ਸੁਣਾਉਂਦਾ ਰਹਿੰਦਾ। ਬੱਚੇ ਨੂੰ ਸੁਲਾ ਦਿੰਦਾ ਤੇ ਖੁਦ ਸੌਂ ਜਾਂਦਾ। ਗੱਲ ਕੀ, ਸਵੇਰ ਸ਼ੁਰੂ ਹੋਣ ਤੋਂ ਰਾਤ ਨੂੰ ਨੀਂਦ ਦੀ ਗੋਦ ਵਿੱਚ ਜਾਣ ਤੱਕ ਉਹਦੀਆਂ ਯਾਦਾਂ। ਇਹੀ ਸੋਚਦਾ ਰਹਿੰਦਾ ਕਿ ਅੱਜ ਮੇਰੇ ਕੋਲ ਸਭ ਕੁਝ ਹੈ, ਮੈਂ ਸਭ ਕੁਝ ਖਰੀਦ ਸਕਦਾ, ਪਰ ਉਹ ਪਿਆਰ, ਉਹ ਆਪਣਤ ਮੈਨੂੰ ਹੋਰ ਕੋਈ ਨਹੀਂ ਦੇ ਸਕਦਾ। ਜਿਸ ਗੱਲ ਦੀ ਮੈਂ ਮੰਗ ਉਸ ਦਿਨ ਉਸ ਤੋਂ ਕਰਦਾ ਸੀ, ਪਰ ਜੋ ਪਿਆਰ ਉਹ ਮੈਨੂੰ ਦਿੰਦੀ ਸੀ ਉਹ ਕੋਈ ਹੋਰ ਕਿਵੇਂ ਦੇ ਸਕਦਾ ਸੀ? ਇਹ ਮੈਂ ਸੋਚਿਆ ਵੀ ਨਹੀਂ ਸੀ। ਕੋਈ ਹੋਰ ਮੇਰੇ ਬੱਚੇ ਨੂੰ ਉਸ ਵਾਲਾ ਪਿਆਰ ਅਤੇ ਮਮਤਾ ਦੇ ਸਕਦਾ? ਨਹੀਂ। ਅੱਜ ਮੈਨੂੰ ਆਪਣੀ ਹੀ ਕਹੀ ਗੱਲ ਗਲਤ ਲੱਗਦੀ ਹੈ ਕਿ ਤੂੰ ਮੈਨੂੰ ਹੋਰ ਦੇ ਵੀ ਕੀ ਸਕਦੀ ਹੈ। ਤੇ ਉਸ ਦੀ ਗੱਲ ਸੀ ਕਿ ਮੈਂ ਉਸਦੇ ਸੱਚੇ ਪਿਆਰ ਨੂੰ ਨਹੀਂ ਸਮਝਿਆ। ਬਹੁਤੀ ਵਾਰ ਇਨਸਾਨ ਦੀ ਅਹਿਮੀਅਤ ਦਾ ਅਹਿਸਾਸ ਉਸਦੇ ਜਾਣ ਤੋਂ ਬਾਅਦ ਹੁੰਦਾ ਹੈ, ਪਰ ਸ਼ਾਇਦ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ।